ਡੀਅਰ ਸਟੂਡੈਂਟਸ, ਜਿਵੇਂ ਮੈਂ ਤੁਹਾਨੂੰ ਕੱਲ੍ਹ ਦੱਸਿਆ ਵੀ ਸੀਗਾ ਕਿ ਤੁਹਾਡੀਆਂ ਬੁੱਕਸ ਜਿਹੜੀਆਂ ਹੈ ਮਾਰਕੀਟ ਦੇ ਵਿੱਚ ਆ ਚੁੱਕੀਆਂ ਹੈ। ਤੁਹਾਡੀ ਇਕਨੋਮਿਕਸ ਦੀਆਂ ਵੀ ਜਿਹੜੀਆਂ ਹੈ ਬੁੱਕਸ ਉਹ ਮਾਰਕੀਟ ਦੇ ਵਿੱਚ ਆ ਚੁੱਕੀਆਂ ਹੈ। ਅਤੇ ਬੁੱਕ ਦੇ ਜਿਹੜੇ ਹੈ ਦੋ ਪਾਰਟ ਹੈ, ਕਿਉਂਕਿ ਇਕਨੋਮਿਕਸ ਦਾ ਸਿਲੇਬਸ ਜਿਹੜਾ ਹੈ ਉਹ ਚੇਂਜ ਹੋਇਆ ਹੈ। ਇਸ ਲਈ ਇਕਨੋਮਿਕਸ ਦੀ ਬੁੱਕ ਤਾਂ ਨਵੀਂ ਹੀ ਲੈਣੀ ਪਏਗੀ ਤੁਹਾਨੂੰ। ਵੈਸੇ ਤਾਂ ਸਾਰੀਆਂ ਬੁੱਕਸ ਹੀ ਨਵੀਆਂ ਲੈਣੀਆਂ ਪੈਣਗੀਆਂ ਕਿਉਂਕਿ ਸਿਲੇਬਸ ਔਰ ਪੈਟਰਨ ਦੇ ਵਿੱਚ ਚੇਂਜ ਹੈ। ਅਤੇ ਇਕਨੋਮਿਕਸ ਦੀ ਬੁੱਕ ਦੇ ਵਿੱਚ ਸਾਡੇ ਕੋਲ ਦੋ ਪਾਰਟ ਹੈ। ਫਸਟ ਪਾਰਟ ਹੈ ਇੰਟਰੋਡਕਟਰੀ ਮੈਕਰੋ ਇਕਨੋਮਿਕਸ, ਜਿਹਦੇ ਵਿੱਚ ਮੈਕਰੋ ਇਕਨੋਮਿਕਸ ਦਾ ਸਿਲੇਬਸ ਹੈ। ਅਤੇ ਦੂਸਰੀ ਬੁੱਕ ਹੈ ਸਾਡੇ ਕੋਲ ਇੰਡੀਅਨ ਇਕਨੋਮਿਕ ਡਿਵੈਲਪਮੈਂਟ ਐਂਡ ਸਟੈਟਿਸਟਿਕਸ ਇਨ ਇਕਨੋਮਿਕਸ, ਸਾਡੇ ਕੋਲ ਸੈਕਿੰਡ ਪਾਰਟ ਹੈ। ਅਤੇ ਇਹ ਦੋਨੋਂ ਬੁੱਕਸ ਹੈ ਅਤੇ ਅਸੀਂ ਸੈਕਿੰਡ ਪਾਰਟ ਸ਼ੁਰੂ ਕੀਤਾ ਹੋਇਆ ਹੈ, ਸਟੈਟਿਸਟਿਕਸ ਦਾ ਪਾਰਟ ਸ਼ੁਰੂ ਕੀਤਾ ਹੋਇਆ ਹੈ। ਅਤੇ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦੇਵਾਂ, ਇੰਡੀਅਨ ਇਕਨੋਮਿਕ ਡਿਵੈਲਪਮੈਂਟ ਦੇ ਜਿਹੜੇ ਆ ਸਾਡੇ ਕੋਲ 13 ਲੈਸਨ ਹੈ ਅਤੇ ਸਟੈਟਿਸਟਿਕਸ ਦੇ ਸਾਡੇ ਕੋਲ 2 ਹੀ ਲੈਸਨ ਹੈ, ਜਿਹਦੇ ਵਿੱਚੋਂ ਅਸੀਂ ਇੰਡੈਕਸ ਨੰਬਰ ਕਰ ਚੁੱਕੇ ਹਾਂ, ਸਾਡਾ ਕੰਪਲੀਟ ਹੋ ਗਿਆ ਹੈ। ਅਤੇ ਅੱਜ ਅਸੀਂ ਕੋਰੀਲੇਸ਼ਨ ਵਾਲਾ ਜਿਹੜਾ ਲੈਸਨ ਹੈ ਉਹ ਸਟਾਰਟ ਕਰਾਂਗੇ। ਜਿਵੇਂ ਵੀ ਹੋ ਸਕਦਾ ਹੈ ਬੇਟਾ, ਆਪਣੀਆਂ ਬੁੱਕਸ ਜਿਹੜੀਆਂ ਹੈ ਉਹਨਾਂ ਨੂੰ ਹੁਣ ਲੈ ਲਓ, ਕਿਉਂਕਿ ਪਹਿਲਾਂ ਮਾਰਕੀਟ ਦੇ ਵਿੱਚ ਬੁੱਕਸ ਨਹੀਂ ਅਵੇਲੇਬਲ ਸੀਗੀਆਂ ਅਤੇ ਹੁਣ ਮਾਰਕੀਟ ਦੇ ਵਿੱਚ ਬੁੱਕਸ ਜਿਹੜੀਆਂ ਹੈ ਆ ਗਈਆਂ ਹੈ। ਕੋਸ਼ਿਸ਼ ਕਰੋ ਕਿ ਤੁਸੀਂ ਆਪਣੀਆਂ ਬੁੱਕਸ ਜਿਹੜੀਆਂ ਹੈ ਲੈ ਲਓ, ਬੁੱਕਸ ਦੇ ਨਾਲ ਤੁਹਾਨੂੰ ਹੈਲਪ ਮਿਲੇਗੀ। ਵੈਸੇ ਤਾਂ ਤੁਹਾਨੂੰ ਸਾਰਾ ਮਟੀਰੀਅਲ ਜਿਹੜਾ ਹੈ ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਬਟ ਬੁੱਕ ਦੇ ਨਾਲ ਜਿਹੜੀ ਹੈ ਤੁਹਾਨੂੰ ਹੋਰ ਅੰਡਰਸਟੈਂਡਿੰਗ ਜਿਹੜੀ ਹੈ ਉਹ ਵੱਧ ਜਾਏਗੀ। ਸੋ ਜਿਵੇਂ ਵੀ ਤੁਹਾਨੂੰ ਪ੍ਰੈਫਰ ਤੁਸੀਂ ਕਰਦੇ ਹੋ ਉਵੇਂ ਜਿਹੜੀਆਂ ਆਪਣੀਆਂ ਬੁੱਕਸ ਜਿਹੜੀਆਂ ਹੈ ਲੈ ਸਕਦੇ ਹੋ। ਯੂਨੀਮੈਕਸ ਪਬਲੀਕੇਸ਼ਨ ਦੀਆਂ ਬੁੱਕਸ ਜਿਹੜੀਆਂ ਤੁਸੀਂ ਲੈ ਸਕਦੇ ਹੋ। ਅਗਰ ਕਿਸੇ ਹੋਰ ਔਥਰ ਦੀਆਂ ਵੀ ਲੈਣਾ ਚਾਹੁੰਦੇ ਹੋ, ਤੁਹਾਨੂੰ ਕੋਈ ਲੈਂਗੁਏਜ ਜਿਹੜੀ ਹੈ ਉਹ ਯੂਨੀਮੈਕਸ ਨਾਲੋਂ ਈਜ਼ੀ ਲੱਗਦੀ ਹੈ, ਦੈਨ ਤੁਸੀਂ ਕੋਈ ਵੀ ਬੁੱਕ ਜਿਹੜੀ ਹੈ ਉਹ ਫੋਲੋ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਇਹ ਸਿਲੇਬਸ ਜਿਹੜਾ ਹੈ ਉਹ ਅਵੇਲੇਬਲ ਹੋਵੇ। ਜ਼ਰੂਰੀ ਨਹੀਂ ਹੈ ਕਿ ਯੂਨੀਮੈਕਸ ਹੀ ਲੈਣੀ ਹੈ ਤੁਸੀਂ। ਨੈਕਸਟ ਹੈ ਸਾਡੇ ਕੋਲ ਲੈਸਨ, ਸਟਾਰਟ ਕਰੀਏ ਆਪਾਂ ਕੋਰੀਲੇਸ਼ਨ। ਕੋਰੀਲੇਸ਼ਨ ਨਾਮ ਤੋਂ ਹੀ ਪਤਾ ਲੱਗਦਾ ਹੈ, ਕੋਰੀਲੇਸ਼ਨ ਕੋਰੀਲੇਟਡ। ਦੇਖੋ, ਜਦੋਂ ਕਿਸੇ ਚੀਜ਼ ਦੇ ਵਿੱਚ ਅਸੀਂ ਕੋਰੀਲੇਸ਼ਨ ਦੇਖਣੀ ਹੁੰਦੀ ਹੈ, ਸੰਬੰਧ ਦੇਖਣਾ ਹੁੰਦਾ ਹੈ, ਰਿਲੇਸ਼ਨਸ਼ਿਪ ਦੇਖਣੀ ਹੁੰਦੀ ਹੈ ਕਿ ਕੋਈ ਵੇਰੀਏਬਲ ਦੂਜੇ ਵੇਰੀਏਬਲ ਦੇ ਨਾਲ ਕਿੰਨਾ ਕੋਰੀਲੇਟ ਕਰਦਾ ਹੈ, ਉਹਨੂੰ ਅਸੀਂ ਕੋਰੀਲੇਸ਼ਨ ਕਹਿੰਦੇ ਹਾਂ। ਇੱਦਾਂ ਹੀ ਕੋਰੀਲੇਸ਼ਨ ਦੇ ਵਿੱਚ ਅਸੀਂ ਪੜ੍ਹਦੇ ਹਾਂ ਹੁਣ, ਕੋਰੀਲੇਸ਼ਨ ਇਜ਼ ਅ ਸਟੈਟਿਕਲ ਟੈਕਨੀਕ ਵਿਚ ਹੈਲਪਸ ਟੂ ਸਟੱਡੀ ਦੀ ਨੇਚਰ, ਐਕਸਟੈਂਟ ਐਂਡ ਸਿਗਨੀਫਿਕੈਂਸ ਆਫ ਰਿਲੇਸ਼ਨਸ਼ਿਪ ਬਿਟਵੀਨ ਟੂ ਔਰ ਮੋਰ ਦੈਨ ਟੂ ਵੇਰੀਏਬਲਸ। ਕਹਿੰਦੇ ਜਿਹੜੀ ਸਾਡੀ ਕੋਰੀਲੇਸ਼ਨ ਹੈ ਇੱਕ ਸਟੈਟਿਕਲ ਟੈਕਨੀਕ ਹੈ ਸਾਡੇ ਕੋਲ, ਜਿਹੜੀ ਸਾਨੂੰ ਹੈਲਪ ਕਰਦੀ ਹੈ ਕੀ ਸਟੱਡੀ ਕਰਨ ਦੇ ਲਈ, ਨੇਚਰ, ਐਕਸਟੈਂਟ ਐਂਡ ਸਿਗਨੀਫਿਕੈਂਸ, ਕਿਸੇ ਵੀ ਦੋ ਜਾਂ ਦੋ ਤੋਂ ਵੱਧ ਵੇਰੀਏਬਲਸ ਦੇ ਵਿੱਚ ਉਹਨਾਂ ਦੀ ਨੇਚਰ, ਐਕਸਟੈਂਟ ਅਤੇ ਸਿਗਨੀਫਿਕੈਂਸ ਨੂੰ ਸਟੱਡੀ ਕਰਨ ਦੇ ਵਿੱਚ ਹੈਲਪਫੁਲ ਹੁੰਦੀ ਹੈ ਕੋਰੀਲੇਸ਼ਨ। ਸਿੰਪਲ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਜਦੋਂ ਅਸੀਂ ਦੋ ਵੇਰੀਏਬਲ ਜਾਂ ਦੋ ਤੋਂ ਵੱਧ ਵੇਰੀਏਬਲਸ ਦੇ ਵਿੱਚ ਆਪਸੀ ਸੰਬੰਧ ਨੂੰ ਜਿਹੜਾ ਹੈ ਉਹ ਜਾਣਨਾ ਹੁੰਦਾ ਹੈ ਤਾਂ ਉਹਨੂੰ ਉਸ ਟਾਈਮ ਅਸੀਂ ਕੋਰੀਲੇਸ਼ਨ ਨੂੰ ਸਟੱਡੀ ਕਰਦੇ ਹਾਂ। ਜਿਵੇਂ ਇੰਡੈਕਸ ਨੰਬਰ ਦੇ ਵਿੱਚ ਅਸੀਂ ਚੇਂਜਿਸ ਨੂੰ ਮੈਜਰ ਕਰਦੇ ਸੀਗੇ, ਇਹਦੇ ਵਿੱਚ ਅਸੀਂ ਰਿਲੇਸ਼ਨ ਨੂੰ ਮੈਜਰ ਕਰਨਾ ਹੈ, ਇੱਕ ਦੂਜੇ ਨਾਲ ਵੇਰੀਏਬਲਸ ਦਾ ਕੀ ਰਿਲੇਸ਼ਨ ਹੈ, ਕਿਵੇਂ ਰਿਲੇਟ ਕਰਦੇ ਹੈ, ਕਿੰਨਾ ਰਿਲੇਟ ਕਰਦੇ ਹੈ, ਉਹ ਅਸੀਂ ਕੋਰੀਲੇਸ਼ਨ ਦੇ ਵਿੱਚ ਸਟੱਡੀ ਕਰਾਂਗੇ। ਨੈਕਸਟ ਇਹਦੀਆਂ ਡੈਫੀਨੇਸ਼ਨਸ ਦਿੱਤੀਆਂ ਹੋਈਆਂ ਹੈ, ਕੋਈ ਵੀ ਦੋ ਡੈਫੀਨੇਸ਼ਨਸ ਤੁਸੀਂ ਆਪਣੀ ਸਮਝ ਦੇ ਅਕੋਰਡਿੰਗ ਜਿਹੜਾ ਹੈ ਉਹ ਪੜ੍ਹ ਸਕਦੇ ਆ। ਨੈਕਸਟ ਦੇਖੋ ਟਾਈਪਸ ਆਫ ਕੋਰੀਲੇਸ਼ਨ ਹੈ ਸਾਡੇ ਕੋਲ। ਟਾਈਪਸ ਆਫ ਕੋਰੀਲੇਸ਼ਨ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਕੋਰੀਲੇਸ਼ਨ ਦੀਆਂ ਟਾਈਪਸ ਹੈਗੀਆਂ ਨੇ, ਅਸੀਂ ਇੱਕ ਇੱਕ ਕਰਕੇ ਪੜ੍ਹਨਾ ਸਟਾਰਟ ਕਰਦੇ ਹਾਂ। ਔਨ ਦੀ ਬੇਸਿਸ ਆਫ ਡਾਇਰੈਕਸ਼ਨ ਆਫ ਚੇਂਜ, ਕਹਿੰਦੇ ਡਾਇਰੈਕਸ਼ਨ ਆਫ ਚੇਂਜ ਦੇ ਬੇਸਿਸ ਦੇ ਉੱਤੇ ਸਾਡੇ ਕੋਲ ਜਿਹੜੀ ਕੋਰੀਲੇਸ਼ਨ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਪੋਜ਼ੀਟਿਵ ਕੋਰੀਲੇਸ਼ਨ ਹੁੰਦੀ ਹੈ ਅਤੇ ਨੈਗੇਟਿਵ ਕੋਰੀਲੇਸ਼ਨ ਹੁੰਦੀ ਹੈ। ਫਸਟ ਹੈ ਪੋਜ਼ੀਟਿਵ ਕੋਰੀਲੇਸ਼ਨ, when the variables move in same direction correlation is positive। ਕਹਿੰਦੇ ਜਦੋਂ ਦੋ ਵੇਰੀਏਬਲ ਜਿਹੜੇ ਆ ਉਹ ਇੱਕੋ ਡਾਇਰੈਕਸ਼ਨ ਦੇ ਵਿੱਚ ਸੇਮ ਡਾਇਰੈਕਸ਼ਨ ਦੇ ਵਿੱਚ ਸੇਮ ਡਾਇਰੈਕਸ਼ਨ ਦੇ ਵਿੱਚ ਜਾਂਦੇ ਆ ਤਾਂ ਉਹਨੂੰ ਅਸੀਂ ਪੋਜ਼ੀਟਿਵ ਕੋਰੀਲੇਸ਼ਨ ਕਹਿੰਦੇ ਆ। ਫੋਰ ਐਗਜ਼ਾਮਪਲ ਦੇਖੋ ਸਾਡੇ ਕੋਲ ਪੋਜ਼ੀਟਿਵ ਕੋਰੀਲੇਸ਼ਨ ਬਿਟਵੀਨ ਪ੍ਰਾਈਸ ਐਂਡ ਸਪਲਾਈ ਦਿਖਾਇਆ ਹੋਇਆ ਹੈ। ਪ੍ਰਾਈਸ ਹੈ 5, 10, 15, 20, 25 ਵੱਧ ਰਿਹਾ ਹੈ ਅਤੇ ਸਪਲਾਈ ਵੀ 2, 4, 6, 8, 10, 12 ਵੱਧ ਰਹੀ ਹੈ। ਜਦੋਂ ਪ੍ਰਾਈਸ ਵੀ ਵੱਧ ਰਿਹਾ ਹੈ ਅਤੇ ਸਪਲਾਈ ਵੀ ਵੱਧ ਰਹੀ ਹੈ, ਇਟ ਮੀਨਸ ਸਾਡੇ ਦੋਨੋਂ ਵੇਰੀਏਬਲ ਜਿਹੜੇ ਆ ਉਹ ਵੱਧ ਰਹੇ ਹੈ, ਇੱਕੋ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੇ ਹੈ, ਤਾਂ ਇਹ ਸਾਡੀ ਪੋਜ਼ੀਟਿਵ ਕੋਰੀਲੇਸ਼ਨ ਹੈ। ਨੈਕਸਟ ਹੈ ਸਾਡੇ ਕੋਲ ਨੈਗੇਟਿਵ ਕੋਰੀਲੇਸ਼ਨ, ਵੈਨ ਦੀ ਵੇਰੀਏਬਲਸ ਮੂਵ ਇਨ
ਓਪੋਜ਼ਿਟ ਡਾਇਰੈਕਸ਼ਨਸ, ਜਦੋਂ ਸਾਡੇ ਵੇਰੀਏਬਲਸ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੂਵ ਕਰਦੇ ਆ ਤਾਂ ਕੋਰੀਲੇਸ਼ਨ ਨੈਗੇਟਿਵ ਹੁੰਦੀ ਹੈ। ਦੇਖਦੇ ਹਾਂ, ਪ੍ਰਾਈਸ ਹੈ ਸਾਡੇ ਕੋਲ 5 10 15 20 25 30 ਤੇ ਡਿਮਾਂਡ ਹੈ ਸਾਡੇ ਕੋਲ 16 14 12 10 8। ਦੇਖੋ ਪ੍ਰਾਈਸ ਵੱਧ ਰਿਹਾ ਹੈ ਪਰ ਡਿਮਾਂਡ ਜਿਹੜੀ ਹੈ ਉਹ ਘਟ ਰਹੀ ਹੈ। ਇੱਕ ਵੇਰੀਏਬਲ ਵੱਧ ਰਿਹਾ ਹੈ, ਦੂਜਾ ਵੇਰੀਏਬਲ ਘਟ ਰਿਹਾ ਹੈ। ਇਟ ਮੀਨਸ ਸਾਡੇ ਜਿਹੜੇ ਵੇਰੀਏਬਲ ਹੈ ਉਹ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਚੱਲ ਰਹੇ ਹੈ ਤੇ ਇਹ ਸਾਡੀ ਨੈਗੇਟਿਵ ਕੋਰੀਲੇਸ਼ਨ ਹੈ। ਨੈਕਸਟ ਹੈ ਸਾਡੇ ਕੋਲ, ਇਹ ਸੀਗਾ ਔਨ ਦੀ ਬੇਸਿਸ ਆਫ ਡਾਇਰੈਕਸ਼ਨ। ਹੁਣ ਹੈ ਔਨ ਦੀ ਬੇਸਿਸ ਆਫ ਨੰਬਰ ਆਫ ਵੇਰੀਏਬਲਸ, ਕਿੰਨੇ ਵੇਰੀਏਬਲ ਜਿਹੜੇ ਹੈ ਸੀਰੀਜ਼ ਦੇ ਵਿੱਚ ਹੈਗੇ ਆ ਉਹਦੇ ਅਕੋਰਡਿੰਗ। ਸਿੰਪਲ ਕੋਰੀਲੇਸ਼ਨ, ਵੈਨ ਦੀ ਰਿਲੇਸ਼ਨਸ਼ਿਪ ਬਿਟਵੀਨ ਓਨਲੀ 2 ਵੇਰੀਏਬਲਸ ਇਜ਼ ਸਟੱਡੀ, ਜਦੋਂ ਸਿਰਫ 2 ਵੇਰੀਏਬਲਸ ਦੇ ਵਿੱਚ ਸਟੱਡੀ ਕੀਤੀ ਜਾਂਦੀ ਹੈ ਕੋਰੀਲੇਸ਼ਨ ਦੀ ਤਾਂ ਉਹ ਕੋਰੀਲੇਸ਼ਨ ਸਿੰਪਲ ਕੋਰੀਲੇਸ਼ਨ ਕਹਾਂਦੀ ਹੈ। ਅੱਗੇ ਹੈ ਪਾਰਸ਼ੀਅਲ ਕੋਰੀਲੇਸ਼ਨ। ਪਾਰਸ਼ੀਅਲ ਕੋਰੀਲੇਸ਼ਨ ਦੇ ਵਿੱਚ ਵੈਨ more than 2 variables are involved, ਜਦੋਂ more than 2 variables involve ਹੁੰਦੇ ਹੈ and out of these variables the relationship between only 2 variables is studied। ਕਹਿੰਦੇ ਜਿਹੜੀ ਸੀਰੀਜ਼ ਹੈ ਉਹਦੇ ਵਿੱਚ 2 ਤੋਂ ਵੱਧ ਵੇਰੀਏਬਲ ਹੁੰਦੇ ਹੈ ਬਟ ਅਸੀਂ ਸਟੱਡੀ ਜਿਹੜੀ ਹੈ ਉਹ ਕਿਸੇ ਵੀ 2 ਵੇਰੀਏਬਲ ਦੀ ਕਰਦੇ ਹਾਂ ਉਹਨਾਂ ਵਿੱਚੋਂ ਤੇ ਉਹ ਹੁੰਦੀ ਹੈ ਸਾਡੀ ਪਾਰਸ਼ੀਅਲ ਕੋਰੀਲੇਸ਼ਨ। ਨੈਕਸਟ ਹੈ ਸਾਡੇ ਕੋਲ ਮਲਟੀਪਲ ਕੋਰੀਲੇਸ਼ਨ। When more than 2 variables are involved and the relationship between all of them is studied। ਕਹਿੰਦੇ ਜਦੋਂ 2 ਤੋਂ ਵੱਧ ਵੇਰੀਏਬਲ ਹੁੰਦੇ ਆ ਸੀਰੀਜ਼ ਦੇ ਵਿੱਚ ਤੇ ਅਸੀਂ ਸਾਰੇ ਹੀ ਵੇਰੀਏਬਲਸ ਦੇ ਵਿੱਚ ਕੋਰੀਲੇਸ਼ਨ ਨੂੰ ਸਟੱਡੀ ਕਰਦੇ ਹਾਂ ਤਾਂ ਉਹ ਕੋਰੀਲੇਸ਼ਨ ਮਲਟੀਪਲ ਕੋਰੀਲੇਸ਼ਨ ਹੁੰਦੀ ਹੈ ਸਾਡੇ ਕੋਲ। ਦੇਖੋ ਔਨ ਦੀ ਬੇਸਿਸ ਆਫ ਨੰਬਰ ਆਫ ਵੇਰੀਏਬਲ ਦੇ ਵਿੱਚ ਸਾਡੇ ਕੋਲ ਸਿੰਪਲ ਕੋਰੀਲੇਸ਼ਨ ਸੀਗੀ, ਪਾਰਸ਼ੀਅਲ ਕੋਰੀਲੇਸ਼ਨ ਸੀਗੀ, ਮਲਟੀਪਲ ਕੋਰੀਲੇਸ਼ਨ। ਸਿੰਪਲ ਦੇ ਵਿੱਚ 2 ਵੇਰੀਏਬਲ, ਪਾਰਸ਼ੀਅਲ ਦੇ ਵਿੱਚ ਵੇਰੀਏਬਲ ਤਾਂ ਜ਼ਿਆਦਾ ਹੁੰਦੇ ਆ ਪਰ ਅਸੀਂ ਕਿਸੇ ਵੀ 2 ਵੇਰੀਏਬਲਸ ਦੀ ਹੀ ਸਟੱਡੀ ਕਰਦੇ ਹਾਂ। ਮਲਟੀਪਲ ਕੋਰੀਲੇਸ਼ਨ ਦੇ ਵਿੱਚ ਸਾਡੇ ਕੋਲ 2 ਤੋਂ ਵੱਧ ਵੇਰੀਏਬਲ ਹੁੰਦੇ ਆ ਤੇ ਸਾਰੇ ਵੇਰੀਏਬਲਸ ਦੀ ਹੀ ਅਸੀਂ ਕੋਰੀਲੇਸ਼ਨ ਕਰਦੇ ਹਾਂ ਤੇ ਸਟੱਡੀ ਕਰਦੇ ਹਾਂ। ਨੈਕਸਟ ਹੈ ਔਨ ਦੀ ਬੇਸਿਸ ਆਫ ਪ੍ਰਪੋਰਸ਼ਨੇਟ ਚੇਂਜ ਇਨ ਵੇਰੀਏਬਲ। ਪ੍ਰਪੋਰਸ਼ਨੇਟ ਚੇਂਜ ਇਨ ਵੇਰੀਏਬਲ ਦੇ ਬੇਸਿਸ ਦੇ ਉੱਤੇ ਸਾਡੇ ਕੋਲ ਕੋਰੀਲੇਸ਼ਨ ਜਿਹੜੀ ਹੈ ਉਹ 2 ਟਾਈਪਸ ਦੀ ਹੁੰਦੀ ਹੈ, ਲੀਨੀਅਰ ਕੋਰੀਲੇਸ਼ਨ ਤੇ ਨੋਨ ਲੀਨੀਅਰ ਕੋਰੀਲੇਸ਼ਨ। ਫਸਟ ਹੈ ਵੈਨ ਦੀ ਵੇਰੀਏਬਲ ਆਰ related in a fixed proportion then such a correlation is called linear correlation। ਕਹਿੰਦੇ ਜਦੋਂ when variables are related in fixed proportion, ਜਦੋਂ ਉਹਨਾਂ ਦੇ ਵਿੱਚ ਜਿਹੜਾ ਰਿਲੇਸ਼ਨ ਹੈ ਉਹ ਇਹਦੇ ਵਿੱਚ ਇੱਕ ਫਿਕਸਡ ਪ੍ਰਪੋਰਸ਼ਨ ਬਣਦਾ ਹੈ। ਜਿਵੇਂ ਦੇਖੋ ਜਿਹੜਾ x ਹੈ ਉਹ ਵੇਰੀਏਬਲ ਹੈ 1 2 3 4 5 6 7 8 ਤੇ ਜਿਹੜਾ y ਵੇਰੀਏਬਲ ਹੈ ਉਹ ਹੈ 2 4 6 8 10 12 14 16। ਹੁਣ ਦੇਖੋ ਜਿਹੜਾ x ਵੇਰੀਏਬਲ ਹੈ ਉਹ 1 1 ਵੱਧ ਰਿਹਾ ਹੈ ਤੇ y ਵੇਰੀਏਬਲ 2 2 ਵੱਧ ਰਿਹਾ ਹੈ। ਉਹਨਾਂ ਦੇ ਵਿੱਚ ਇੱਕ ਪ੍ਰਪੋਰਸ਼ਨ ਹੈ ਕਿ ਜਿਹੜਾ x ਵੇਰੀਏਬਲ ਹੈ 1 ਯੂਨਿਟ ਵੱਧ ਰਿਹਾ ਹੈ, ਜਿਹੜਾ y ਵੇਰੀਏਬਲ ਹੈ ਉਹ 2 ਯੂਨਿਟ ਵੱਧ ਰਿਹਾ ਹੈ, ਇਸ ਲਈ ਇਹ ਲੀਨੀਅਰ ਕੋਰੀਲੇਸ਼ਨ ਹੈ। ਇਹਨਾਂ ਦੇ ਵਿੱਚ ਫਿਕਸਡ ਪ੍ਰਪੋਰਸ਼ਨ ਦੇ ਵਿੱਚ ਚੇਂਜ ਹੋ ਰਿਹਾ ਹੈ ਰਿਲੇਸ਼ਨ ਹੈ ਇਹਨਾਂ ਦੇ ਵਿੱਚ। ਨੈਕਸਟ ਹੈ ਨੋਨ ਲੀਨੀਅਰ ਕੋਰੀਲੇਸ਼ਨ। ਦੇਖੋ ਨੋਨ ਲੀਨੀਅਰ ਕੋਰੀਲੇਸ਼ਨ ਦੇ ਵਿੱਚ ਕੋਈ ਫਿਕਸਡ ਪ੍ਰਪੋਰਸ਼ਨ ਨਹੀਂ ਹੁੰਦਾ। ਜਦੋਂ ਵੇਰੀਏਬਲਸ ਦੇ ਵਿੱਚ ਕੋਈ ਫਿਕਸਡ ਪ੍ਰਪੋਰਸ਼ਨ ਨਾ ਹੋਵੇ ਤਾਂ ਉਹ ਜਿਹੜੀ ਕੋਰੀਲੇਸ਼ਨ ਹੁੰਦੀ ਹੈ ਉਹ ਨੋਨ ਲੀਨੀਅਰ ਕੋਰੀਲੇਸ਼ਨ ਹੁੰਦੀ ਹੈ। ਜਿਵੇਂ ਦੇਖੋ x ਵੇਰੀਏਬਲ ਹੈ 1 2 3 4 5 6 7 8 ਤੇ y ਵੇਰੀਏਬਲ ਹੈ 2 5 4 11 15 21 25 35। ਹੁਣ ਦੇਖੋ x ਵੇਰੀਏਬਲ ਜਿਹੜਾ ਹੈ ਉਹ ਤਾਂ ਫਿਕਸਡ ਚੱਲ ਰਿਹਾ ਹੈ ਬਟ ਜਿਹੜਾ y ਵੇਰੀਏਬਲ ਹੈ ਉਹ ਅਲੱਗ-ਅਲੱਗ ਚੱਲ ਰਿਹਾ ਹੈ, ਇਸ ਕਰਕੇ ਇਹਨਾਂ ਦੇ ਵਿੱਚ ਕੋਈ ਵੀ ਫਿਕਸਡ ਪ੍ਰਪੋਰਸ਼ਨ ਨਹੀਂ ਹੈ, ਇਸ ਲਈ ਇਹ ਨੋਨ ਲੀਨੀਅਰ ਕੋਰੀਲੇਸ਼ਨ ਹੈ। ਨੈਕਸਟ ਹੈ ਸਾਡੇ ਕੋਲ ਲੌਜੀਕਲ ਐਂਡ ਇਲੌਜੀਕਲ ਕੋਰੀਲੇਸ਼ਨ। ਦੇਖੋ ਲੌਜੀਕਲ ਕੋਰੀਲੇਸ਼ਨ ਹੈ ਵੈਨ ਕੋਰੀਲੇਸ਼ਨ ਬਿਟਵੀਨ ਵੇਰੀਏਬਲ ਇਜ਼ ਨੋਟ ਓਨਲੀ ਮੈਥਮੈਟਿਕਲੀ ਡਿਫਾਈਨਡ, ਜਦੋਂ ਕੋਰੀਲੇਸ਼ਨ ਮੈਥਮੈਟਿਕਲੀ ਡਿਫਾਈਨਡ ਨਹੀਂ ਹੁੰਦੀ ਹੈਗੀ ਬਟ ਦੇਅਰ ਇਜ਼ ਅ ਸਾਊਂਡ ਲੌਜੀਕਲ ਜਸਟੀਫਿਕੇਸ਼ਨ ਫॉर ਇਟ, ਪਰ ਉਹਦੇ ਵਿੱਚ ਇੱਕ ਸਾਊਂਡ ਲੌਜੀਕਲ ਜਸਟੀਫਿਕੇਸ਼ਨ ਦਿੱਤੀ ਹੁੰਦੀ ਹੈ ਤਾਂ ਉਹ ਸਾਡੀ ਲੌਜੀਕਲ ਕੋਰੀਲੇਸ਼ਨ ਹੁੰਦੀ ਹੈ। ਫੋਰ ਐਗਜ਼ਾਮਪਲ ਦੇਖੋ ਜਦੋਂ ਕੋਈ ਨਾ ਕੋਈ ਲੌਜਿਕ ਬਣਦਾ ਹੋਵੇ ਕਿਸੇ ਵੀ ਕੋਰੀਲੇਸ਼ਨ ਦੇ ਵਿੱਚ ਤਾਂ ਉਹ ਲੌਜੀਕਲ ਕੋਰੀਲੇਸ਼ਨ ਹੁੰਦੀ ਹੈ। ਨੈਕਸਟ ਹੈ ਇਨਲੌਜੀਕਲ ਕੋਰੀਲੇਸ਼ਨ। ਇਨਲੌਜੀਕਲ ਜਿਹੜੀ ਕੋਰੀਲੇਸ਼ਨ ਹੈ ਉਹਦੇ ਵਿੱਚ ਕੋਈ ਵੀ ਲੌਜਿਕ ਨਹੀਂ ਹੁੰਦਾ, ਜਿਹੜੀ ਕਿ
ਵੈਨ ਦੀ ਕੋਰੀਲੇਸ਼ਨ ਬਿਟਵੀਨ ਵੇਰੀਏਬਲ ਇਜ਼ ਮੈਥੇਮੈਟਿਕਲੀ ਡਿਫਾਈਨਡ, ਜਦੋਂ ਕੋਰੀਲੇਸ਼ਨ ਮੈਥੇਮੈਟਿਕਲੀ ਡਿਫਾਈਨਡ ਕੀਤੀ ਜਾਂਦੀ ਹੈ, ਉਹਦੇ ਵਿੱਚ ਕੋਈ ਵੀ ਸਾਊਂਡ ਲੌਜੀਕਲ ਜਸਟੀਫਿਕੇਸ਼ਨ ਨਹੀਂ ਹੁੰਦੀ ਹੈ, ਤਾਂ ਉਸ ਕੋਰੀਲੇਸ਼ਨ ਨੂੰ ਅਸੀਂ ਇਲੌਜੀਕਲ ਕੋਰੀਲੇਸ਼ਨ ਕਹਿੰਦੇ ਹਾਂ। ਨੈਕਸਟ ਹੈ ਸਾਡੇ ਕੋਲ ਔਨ ਦੀ ਬੇਸਿਸ ਆਫ ਡਿਗਰੀਜ਼ ਆਫ ਕੋਰੀਲੇਸ਼ਨ, ਜਾਂ ਡਿਗਰੀਜ਼ ਆਫ ਕੋਰੀਲੇਸ਼ਨ ਦੇ ਬੇਸਿਸ ਦੇ ਉੱਤੇ ਅਸੀਂ ਕਿਵੇਂ ਡਿਵਾਈਡ ਕੀਤਾ ਹੋਇਆ ਹੈ ਕੋਰੀਲੇਸ਼ਨ ਨੂੰ। ਦੋ ਪਾਰਟਸ ਹੈ ਸਾਡੇ ਕੋਲ, ਪਰਫੈਕਟ ਕੋਰੀਲੇਸ਼ਨ ਤੇ ਇਨਪਰਫੈਕਟ ਕੋਰੀਲੇਸ਼ਨ। ਦੇਖੋ ਪਰਫੈਕਟ ਕੋਰੀਲੇਸ਼ਨ ਜਿਹੜੀ ਹੈ ਉਹਦੇ ਵਿੱਚ ਵੈਨ ਦੀ ਕੋਰੀਲੇਸ਼ਨ ਕੋਫੀਸ਼ੀਐਂਟ ਬਿਟਵੀਨ ਵੇਰੀਏਬਲ ਇਜ਼ ਆਈਦਰ +1 ਔਰ -1, ਸੱਚ ਆ ਕੋਰੀਲੇਸ਼ਨ ਇਜ਼ ਕਾਲਡ ਪਰਫੈਕਟ ਕੋਰੀਲੇਸ਼ਨ। ਹੁਣ ਦੇਖੋ ਉਹ ਕੋਰੀਲੇਸ਼ਨ ਜਿਹਦੇ ਵਿੱਚ ਉਹਦੇ ਕੋਫੀਸ਼ੀਐਂਟ +1 ਔਰ -1 ਦੇ ਬਿਟਵੀਨ ਹੋਵੇ, ਉਹਦੇ ਵਿੱਚ ਆਉਂਦੇ ਹੋਣ, ਤਾਂ ਉਹ ਪਰਫੈਕਟ ਕੋਰੀਲੇਸ਼ਨ ਹੁੰਦੀ। ਸਿੰਪਲ ਲੈਂਗੁਏਜ ਵਿੱਚ ਆਪਾਂ ਕਹਾਂਗੇ ਜਦੋਂ ਵੀ ਕੋਰੀਲੇਸ਼ਨ ਕੋਫੀਸ਼ੀਐਂਟ ਆਫ ਕੋਰੀਲੇਸ਼ਨ ਦਾ ਜਿਹੜਾ ਆਨਸਰ ਹੈ ਉਹ -1 ਔਰ +1 ਦੇ ਵਿੱਚ ਆਏਗਾ, ਤਾਂ ਉਹ ਕੋਰੀਲੇਸ਼ਨ ਪਰਫੈਕਟ ਕੋਰੀਲੇਸ਼ਨ ਹੋਏਗੀ। ਤੇ ਨੈਕਸਟ ਹੈ ਸਾਡੇ ਕੋਲ ਇਨਪਰਫੈਕਟ ਕੋਰੀਲੇਸ਼ਨ, ਵੈਨ ਦੀ ਕੋਰੀਲੇਸ਼ਨ ਕੋਫੀਸ਼ੀਐਂਟ ਬਿਟਵੀਨ ਵੇਰੀਏਬਲ ਇਜ਼ ਨਾਈਦਰ +1 ਔਰ ਨੋਟ -1, ਜਦੋਂ ਜਿਹੜੇ ਆ ਉਹ +1 ਔਰ -1 ਨਹੀਂ ਆਏਗਾ, ਤਾਂ ਉਹ ਇਨਪਰਫੈਕਟ ਕੋਰੀਲੇਸ਼ਨ ਹੋਏਗੀ। ਤੇ ਸਾਡੇ ਕੋਲ ਇਹ ਡਿਗਰੀਜ਼ ਦਿੱਤੀਆਂ ਹੋਈਆਂ ਨੇ ਕੋਰੀਲੇਸ਼ਨ ਦੀਆਂ। ਡਿਗਰੀਜ਼ ਆਫ ਕੋਰੀਲੇਸ਼ਨ ਦੇ ਵਿੱਚ ਪਰਫੈਕਟ ਔਰ ਇਨਪਰਫੈਕਟ ਦੋਨੋਂ ਹੀ ਹੈ। ਜਦੋਂ ਆਪਾਂ ਸਾਡਾ ਆਨਸਰ +1 ਆ ਰਿਹਾ ਹੈ ਤਾਂ ਪੋਜ਼ੀਟਿਵ ਕੋਰੀਲੇਸ਼ਨ ਹੋਏਗੀ, ਤੇ ਜਦੋਂ -1 ਆ ਰਿਹਾ ਹੈ ਤਾਂ ਨੈਗੇਟਿਵ ਕੋਰੀਲੇਸ਼ਨ ਹੋਏਗੀ। ਤੇ ਇਨਪਰਫੈਕਟ ਕੋਰੀਲੇਸ਼ਨ ਦੇ ਵਿੱਚ ਅਲੱਗ-ਅਲੱਗ ਡਿਗਰੀਜ਼ ਹੈ, ਹਾਈ, ਵੈਰੀ ਹਾਈ, ਫੇਅਰਲੀ, ਮੋਡਰੇਟ, ਲੋ, ਵੈਰੀ ਲੋ। ਤੇ ਇਹ ਜਿਹੜੀ ਹੈ ਇਹਨਾਂ ਦੀ ਦਿੱਤੀ ਹੋਈ ਹੈ ਰੇਂਜ, ਕਿ ਇੰਨੀ ਰੇਂਜ ਦੇ ਵਿੱਚ ਸਾਡੇ ਕੋਲ ਵੈਰੀ ਹਾਈ ਵਾਲਾ ਆਉਣਾ ਹੈ, ਫੇਅਰਲੀ ਆਉਣਾ ਹੈ, ਮੋਡਰੇਟ ਆਉਣਾ ਹੈ। ਇਹ ਤੁਸੀਂ ਸਟੱਡੀ ਕਰੋਗੇ, ਅੱਜ ਮੈਂ ਤੁਹਾਨੂੰ ਭੇਜਾਂਗੀ ਇਹ। ਐਬਸੈਂਸ, ਜਦੋਂ ਕੋਰੀਲੇਸ਼ਨ ਦਾ ਜਿਹੜਾ ਆਨਸਰ ਹੈ ਉਹ 0 ਆਏਗਾ, ਤਾਂ ਉਸ ਵੇਰੀਏਬਲਸ ਦੇ ਵਿੱਚ ਕੋਈ ਵੀ ਕੋਰੀਲੇਸ਼ਨ ਜਿਹੜਾ ਹੈ ਉਹ ਨਹੀਂ ਪਾਇਆ ਜਾਏਗਾ। ਕੋਫੀਸ਼ੀਐਂਟ ਆਫ ਕੋਰੀਲੇਸ਼ਨ ਦਾ ਆਨਸਰ 0 ਆਏਗਾ, ਤਦ ਉਹਨਾਂ ਵੇਰੀਏਬਲਸ ਦੇ ਵਿੱਚ ਕੋਈ ਵੀ ਕੋਰੀਲੇਸ਼ਨ ਨਹੀਂ ਹੋਏਗਾ। ਤੇ ਇਹ ਜਿਹੜਾ ਹੈ ਅੱਜ ਆਪਾਂ ਟਾਈਪਸ ਆਫ ਕੋਰੀਲੇਸ਼ਨ ਕੀਤਾ ਹੈ ਤੇ ਮੀਨਿੰਗ ਕੀਤਾ ਹੈ ਕੋਰੀਲੇਸ਼ਨ ਦਾ। ਤੇ ਅੱਜ ਅਸੀਂ ਇੰਨਾ ਹੀ ਚੈਪਟਰ ਕਰਾਂਗੇ, ਨੈਕਸਟ ਕਲਾਸ ਦੇ ਵਿੱਚ ਅਸੀਂ ਚੈਪਟਰ ਨੂੰ ਕੰਟੀਨਿਊ ਕਰਾਂਗੇ। ਓਕੇ, ਥੈਂਕ ਯੂ ਸਟੂਡੈਂਟਸ।